ਜਦੋਂ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਤਾਂ ਇੰਸ਼ੋਰੈਂਸ ਕੈਨੇਡਾ ਵਰਗੇ ਮੁਲਕ ਦੇ ਵਿੱਚ ਜ਼ਿੰਦਗੀ ਨੂੰ ਚਲਾਉਣ ਦੇ ਲਈ ਸਿਕਿਉਰ ਰੱਖਣ ਦੇ ਲਈ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਸੋ ਅਸੀਂ AMC ਇੰਸ਼ੋਰੈਂਸ 'ਤੇ ਪਹੁੰਚੇ ਹੋਏ ਹਾਂ। ਗੁਰਨੀਤ ਜੀ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ ਚੈਨਲ ਤੇ। ਮੇਰੇ ਵੱਲੋਂ ਤੇ ਮੇਰੀ AMC ਸਾਰੀ ਟੀਮ ਵੱਲੋਂ ਸਾਰਿਆਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜਦੋਂ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਕਿ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਇਹ ਚਰਚਾ ਦੇ ਵਿੱਚ ਦੋਵੇਂ ਰਹਿੰਦੇ ਨੇ, ਜ਼ਰੂਰੀ ਵੀ ਨੇ, ਤੇ ਇਹਨਾਂ 'ਚ ਫਰਕ ਕੀ ਹੈ ਤੇ ਕਿਉਂ ਜ਼ਰੂਰੀ ਨੇ? ਜੀ ਸੋ ਆਪਾਂ ਬਹੁਤ ਵਾਰੀ ਜਦੋਂ ਕਲਾਇੰਟ ਆਉਂਦੇ ਆ ਉਹ ਕਹਿੰਦੇ ਸਾਨੂੰ ਮੌਰਗੇਜ ਇੰਸ਼ੋਰੈਂਸ ਲੈਣੀ ਆ, ਸਪੈਸ਼ਲੀ ਜਦੋਂ ਆਪਾਂ ਇਨ ਟਰਮ ਆਫ ਘਰ ਬਾਏ ਕਰ ਰਹੇ ਹੁੰਦੇ ਆ ਉਸ ਵੇਲੇ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਮੌਰਗੇਜ ਇੰਸ਼ੋਰੈਂਸ। ਸੋ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦਾ ਐਟ ਦ ਬੈਕ ਇਟਸ ਅ ਵਨ coverage, so which is life insurance, right? So mortgage insurance ਆਪਾਂ ਨੂੰ ਤਾਂ ਕਹਿ ਦਿੰਦੇ ਆ ਬਿਕਾਜ਼ ਜਦੋਂ ਆਪਾਂ ਬੈਂਕ ਤੋਂ ਕੋਈ ਵੀ ਮੌਰਗੇਜ ਲੈਂਦੇ ਆ ਨਾ, ਬੈਂਕ ਕਹਿੰਦੀ ਆ ਓਕੇ 1 ਮਿਲੀਅਨ ਦੀ ਕਵਰੇਜ ਲੈ ਲਈ ਆ, ਅੱਜ ਤਾਂ ਤੁਸੀਂ ਹੈਗੇ ਆ ਪੇ ਕਰਨ ਨੂੰ, ਜੋ ਤੁਸੀਂ ਨਹੀਂ ਹੋਵੋਗੇ ਦੈਨ ਹਾਊ ਵਿਲ ਬੀ ਰੈਸਟ ਅਸ਼ੋਰ ਦੈਟ ਆਵਰ ਮੌਰਗੇਜ ਅਮਾਊਂਟ ਵਿਲ ਬੀ ਪੇਡ। ਸੋ ਉਹ ਆਪਾਂ ਨੂੰ ਸੈਕੰਡਰੀ ਆਪਣੇ ਆਪ ਨੂੰ ਸੇਫ ਕਰਨ ਲਈ ਤੁਹਾਨੂੰ ਕਹਿੰਦੇ ਆ ਮੌਰਗੇਜ ਇੰਸ਼ੋਰੈਂਸ ਲਵੋ। ਮੈਂ ਇੱਥੇ ਇੱਕ ਹੋਰ ਚੀਜ਼ ਬਹੁਤ ਹਾਈਲਾਈਟ ਕਰਨਾ ਚਾਹੁੰਦੀ ਹਾਂ। ਜਦੋਂ ਆਪਾਂ ਕੋਈ ਵੀ ਜਦੋਂ ਮੌਰਗੇਜ ਸਪੈਸ਼ਲੀ ਲੈਂਦੇ ਜਦੋਂ ਬੈਂਕ ਨਾਲ ਡੀਲਿੰਗ ਕਰਦੇ ਹਾਂ ਉਸ ਵੇਲੇ ਆਪਾਂ ਕੋ ਇੰਨੀ, ਕਿਉਂਕਿ ਆਪਾਂ ਨੂੰ ਹੁੰਦਾ ਵੀ ਚਲੋ ਆਪਣੀ ਮੌਰਗੇਜ ਕੰਪਲੀਟ ਹੋ ਜਾਵੇ, ਆਪਾਂ ਬਾਹਰ ਦੇਖਦੇ ਨਹੀਂਗੇ ਵੀ ਕਿ ਸਾਡੇ ਕੋਲ ਹੋਰ ਆਪਸ਼ਨਸ ਕੀ ਹੈਗੀਆਂ ਆ। ਮੈਂ ਸਪੈਸ਼ਲੀ ਉਹਨਾਂ ਜਿਹਨਾਂ ਨੇ ਲਾਸਟ ਈਅਰ ਦੇ ਵਿੱਚ ਘਰ ਖਰੀਦੇ ਹੈਗੇ ਆ ਉਹਨਾਂ ਨੂੰ ਕਹਿੰਦੀ ਹਾਂ ਇੱਕ ਵਾਰੀ ਆਪਣੀਆਂ ਪੇਮੈਂਟਾਂ ਦੇਖੋ। ਇਸ ਵਾਰੀ ਸਾਰਿਆਂ ਦੀਆਂ ਪੇਮੈਂਟਾਂ ਵਧੀਆ ਹੈਗੀਆਂ, ਆਪਾਂ ਸਾਰੇ ਜਾਣੇ ਚਾਹੁੰਦੇ ਹਾਂ ਵੀ ਆਪਣੀਆਂ ਪੇਮੈਂਟਾਂ ਘਟਣ। ਸੋ ਉਹ ਜੇ ਤੁਸੀਂ ਬਾਹਰੋਂ ਇੰਸ਼ੋਰੈਂਸ ਲਓਗੇ ਮੌਰਗੇਜ ਇੰਸ਼ੋਰੈਂਸ ਦੀ, ਮੇ ਬੀ ਤੁਹਾਨੂੰ 50% ਰਿਡਿਊਸ ਐਂਡ ਬੈਟਰ ਕਵਰੇਜ ਮਿਲੂਗੀ। ਸੋ ਜਿਹੜੀ ਬੈਂਕ ਦੀ ਇੰਸ਼ੋਰੈਂਸ ਹੁੰਦੀ ਆ ਮੌਰਗੇਜ ਇੰਸ਼ੋਰੈਂਸ, ਉਹ ਤੁਹਾਨੂੰ ਲੋਨ 'ਤੇ ਕਵਰ ਕਰਦੀ ਆ। ਸੋ ਸਪੈਸੀਫਿਕਲੀ ਆਪਾਂ ਮੌਰਗੇਜ ਇੰਸ਼ੋਰੈਂਸ ਦੀ ਗੱਲ ਜਾਂਦੇ ਆਪਾਂ ਕੱਲੀ ਆਪਾਂ ਮੌਰਗੇਜ 'ਤੇ ਫੋਕਸ ਕਰਦੇ ਹਾਂ। ਸੋ ਬੈਂਕ ਕੀ ਕਰਦੀ ਆ, ਬੈਂਕ ਕਰਦੀ ਆ ਠੀਕ ਹੈ 1 ਮਿਲੀਅਨ ਦੀ ਮੌਰਗੇਜ ਲੈ ਲਈ, ਉਹਨਾਂ ਨੇ ਕਹਿਤਾ ਤੁਸੀਂ $200 ਮੰਥਲਾ ਪੇ ਕਰਨਾ। ਸੋ ਮੌਰਗੇਜ ਤਾਂ ਆਪਣੀ ਐਵਰੀ ਮੰਥ ਰਿਡਿਊਸ ਹੋ ਰਹੀ ਕਿਉਂਕਿ ਆਪਾਂ ਡਾਊਨ ਪੇਮੈਂਟ ਦੇ ਰਹੇ ਹਾਂ, ਐਵਰੀ ਮੰਥ ਡਾਊਨ ਹੋ ਜਾਂਦੀ ਹੈ। ਸੋ ਲੈਟਸ ਸਪੋਜ਼ ਇਨ ਦ ਈਅਰ 9 ਤੁਹਾਨੂੰ ਕੋਈ ਕਲੇਮ ਆ ਗਿਆ, ਸੋ ਯੂ ਡਾਈਡ, ਰਾਈਟ। ਉਸ ਤੋਂ ਬਾਅਦ ਉਹਨਾਂ ਨੇ ਰਿਮਾਈਂਡਰ ਆਫ ਦਾ ਜਿੰਨਾ ਵੀ ਤੁਹਾਡਾ ਬੈਲੈਂਸ ਹੈਗਾ ਉਹ ਪੇ ਕਰਨਾ। ਭਾਵੇਂ ਉਹ ਪੇਮੈਂਟ ਤੁਹਾਨੂੰ $200 1 ਮਿਲੀਅਨ 'ਤੇ ਹੀ ਲੈ ਰਹੇ ਸੀਗੇ, ਪਰ ਉਹਨਾਂ ਨੇ ਉਹੀ ਪੇ ਕਰਨਾ ਜਿਹੜਾ ਉਸ ਵੇਲੇ ਬੈਲੈਂਸ ਸੀਗਾ ਜਦੋਂ ਤੁਹਾਡੀ ਡੈਥ ਹੋਈ ਜਾਂ ਜਦੋਂ ਕਲੇਮ ਹੋਇਆ। ਸੋ ਇਨ ਟਰਮ ਆਫ ਜੇ ਦੂਸਰੇ ਪਾਸੇ ਆਪਾਂ ਆ ਜਾਂਦੇ ਹਾਂ ਮੌਰਗੇਜ ਦੇ ਵਿੱਚ, ਤੁਸੀਂ ਉਹੀ ਕਵਰੇਜ ਬਾਹਰੋਂ ਲਈ ਹੈਗੀ ਆ, ਸੋ 200 ਦੇ ਹੋ ਸਕਦਾ ਤੁਹਾਨੂੰ 100 ਹੀ ਪੇ ਕਰਨਾ ਪਵੇ। ਸੋ ਜੇ 9ਵੇਂ ਸਾਲ ਵੀ ਕਵਰੇਜ ਆਪਾਂ ਨੂੰ ਕੋਈ ਕਲੇਮ ਆਉਂਦਾ ਆ, ਸੋ ਆਪਾਂ ਨੂੰ 1 ਮਿਲੀਅਨ ਹੀ ਮਿਲਣੀ ਆ। ਸੋ ਉਹਦੇ ਵਿੱਚ ਜਿਹੜੇ ਤੁਸੀਂ ਬਾਹਰੋਂ ਲੈਂਦੇ ਆ ਉਹਦੇ ਵਿੱਚ ਤੁਹਾਡੇ ਕੋਲ ਜ਼ਿਆਦਾ ਫਲੈਕਸੀਬਿਲਿਟੀ ਹੁੰਦੀ ਆ। ਜਿਹੜੀ ਆਪਾਂ ਬੈਂਕ ਤੋਂ ਲਈ ਹੁੰਦੀ ਆ ਉਹ ਸਾਰਾ ਕੁਛ ਬੈਂਕ ਦੇ ਹੱਥ ਦੇ ਵਿੱਚ ਹੁੰਦਾ, ਕੰਟਰੋਲ ਬੈਂਕ ਦੇ, ਕਿਉਂਕਿ ਉਹਨੂੰ ਪੇ ਸਿੱਧਾ ਬੈਂਕ ਨੂੰ ਪੇ ਹੁੰਦਾ। ਪਰ ਜੋ ਤੁਸੀਂ ਬਾਹਰੋਂ ਲਈ ਆ ਉਹ ਤੁਹਾਡੇ ਬੈਨੀਫਿਸ਼ਰੀ ਦੇ ਹੱਥ ਦੇ ਵਿੱਚ ਆਉਂਦੀ ਆ। ਜਿਹੜਾ ਬੈਨੀਫਿਸ਼ਰੀ ਕੈਨ ਡਿਸਾਈਡ ਉਹਨਾਂ ਨੇ ਸਾਰੀ ਮੌਰਗੇਜ ਪੇ ਕਰਨੀ ਆ। ਮੇ ਬੀ ਸਮਟਾਈਮ ਸ਼ੀ ਕੈਨ ਔਰ ਹੀ ਕੈਨ ਥਿੰਕ ਮੇ ਬੀ ਮੈਂ 50% ਆਪਣੀ ਮੌਰਗੇਜ ਪੇ ਕਰਕੇ 50% ਮੈਂ ਕਿਤੇ ਹੋਰ ਯੂਜ਼ ਕਰ ਲਾਂ ਵਿਚ ਇਜ਼ ਮੋਰ ਨੈਸੈਸਰੀ ਐਟ ਦੈਟ ਟਾਈਮ। ਕਹਿਣ ਦਾ ਭਾਵ ਇਹ ਆ ਵੀ ਤੁਸੀਂ ਉਸ ਵੇਲੇ ਉਹ ਮਨੀ ਨੂੰ ਕਿਸੇ ਵੀ ਤਰ੍ਹਾਂ ਕਿਤੇ ਵੀ ਯੂਜ਼ ਕਰ ਸਕਦੇ ਆ। ਸੋ ਜੇ ਤੁਸੀਂ ਬਾਹਰੋਂ ਮੌਰਗੇਜ ਇੰਸ਼ੋਰੈਂਸ ਲਈ ਹੈਗੀ ਆ ਉਹਦੇ ਫਾਇਦੇ ਹੀ ਫਾਇਦੇ ਆ, ਨੁਕਸਾਨ ਕੋਈ ਨਹੀਂ ਹੈਗਾ। ਇਹ ਗੱਲਾਂ ਕਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਜੀ? ਇਹ ਗੱਲਬਾਤ ਕਈ ਵਾਰੀ ਚੱਲਦੀ ਹੈ ਕਿ ਓਲੇ ਕਈ ਵਾਰੀ ਰਹਿ ਜਾਂਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ, ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਐਡਾ ਇੰਪੋਰਟੈਂਟ ਡਿਸੀਜ਼ਨ ਲੈਣ ਲਈ ਲੱਗੇ ਹੁੰਦੇ ਹਾਂ? ਸੋ ਇਹ ਗੱਲ ਨਦਰ ਇੱਕ ਗੱਲ ਬੈਂਕ 'ਤੇ ਆਉਂਦੀ ਹੈ। ਜਦੋਂ ਆਪਾਂ ਬੈਂਕ 'ਤੇ, ਕਿਉਂਕਿ ਬੈਂਕ ਤਾਂ ਇੰਸ਼ੋਰੈਂਸ ਨਹੀਂ ਹੈਗੀ, ਉਹਨਾਂ ਦਾ ਪ੍ਰੋਡਕਟ ਡਿਫਰੈਂਟ ਹੈਗਾ, ਉਹ ਸਾਰਾ ਕੁਛ ਡਿਫਰੈਂਟਲੀ ਦੇਖਦੇ ਆ। ਸੋ ਜਦੋਂ ਆਪਾਂ ਨੂੰ ਉਹ ਕੁਆਲੀਫਿਕੇਸ਼ਨ ਨਹੀਂ ਦੇਦੇ, ਉਹ 2-3 ਕੁਐਸਚਨ ਪੁੱਛਦੇ, ਡੂ ਯੂ ਸਮੋਕ, ਰਾਈਟ, ਆਰ ਯੂ ਹੈਲਥੀ, ਯੈਸ, ਨੋ, ਦੈਟਸ ਇਟ। ਸੋ ਜਿਹੜੀ ਅੰਡਰ ਰਾਈਟਿੰਗ ਹੈਗੀ ਆ ਪੋਸਟ ਕਲੇਮ ਹੈਗੀ ਆ। ਸੋ ਜਦੋਂ ਕਲੇਮ ਹੁੰਦਾ ਉਸ ਵੇਲੇ ਅੰਡਰ ਰਾਈਟਿੰਗ ਕਰਦੇ ਆ। ਸੋ ਜਦੋਂ ਆਪਾਂ ਵੀ ਇੰਸ਼ੋਰੈਂਸ ਕਰਾਉਣੀ ਆ, ਸੋ ਪਹਿਲੀ ਤਾਂ ਗੱਲ ਸਭ ਤੋਂ ਜਿੰਨੀ ਤੁਸੀਂ ਅਰਲੀ ਏਜ ਦੇ ਵਿੱਚ ਕਰਾ ਲਓ, ਜਾਂ ਮੋਸਟ ਪੀਪਲ ਜਦੋਂ 30-35 ਦੇ ਵਿੱਚ ਆਪਾਂ ਫਾਈਨੈਂਸ਼ਲੀ ਜਾਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਆਪਣੇ 'ਤੇ ਪੈਂਦੀਆਂ ਆ, ਉਸ ਵੇਲੇ ਆਪਾਂ ਨੂੰ ਜ਼ਿਆਦਾ ਲੋੜ ਹੈ। ਐਸੈਂਸ਼ਲੀ 30 ਤੋਂ 60 ਦੇ ਵਿੱਚ ਆਪਾਂ ਨੂੰ ਜ਼ਿਆਦੀਆਂ ਲਾਇਬਿਲਿਟੀਜ਼ ਹੁੰਦੀਆਂ। ਆਪਣੇ ਛੋਟੇ ਬੱਚੇ ਆ, ਆਪਣੇ ਬਜ਼ੁਰਗ ਮਾਂ ਪਿਓ ਹੈਗੇ ਆ, ਸੋ ਤੁਹਾਡੇ ਕੋਲ ਮੌਰਗੇਜ ਹੈਗੀਆਂ, ਅਦਰ ਕਾਰ ਲੋਨਸ, ਪਰਸਨਲ ਲੋਨਸ। ਸੋ ਉਹ ਚੀਜ਼ ਨੂੰ ਪ੍ਰੋਟੈਕਟ ਕਰਨ ਲਈ ਕੈਨੇਡਾ ਦੇ ਵਿੱਚ ਬਹੁਤ ਜ਼ਰੂਰੀ ਹੈਗੀ ਆ। ਸੋ ਇਸ ਵੇਲੇ ਅੱਜ ਆਪਾਂ ਮੌਰਗੇਜ ਇੰਸ਼ੋਰੈਂਸ 'ਤੇ ਫੋਕਸ ਕਰ ਰਹੇ ਹਾਂ। ਸੋ ਜੇ ਤੁਸੀਂ ਮੌਰਗੇਜ ਆਪਣੀ ਬੈਂਕ ਤੋਂ ਲਈ ਹੈਗੀ ਆ, ਆਈ ਐਮ ਰਿਕੁਐਸਟ ਤੁਸੀਂ ਆਪਣੀ ਇੱਕ ਵਾਰੀ ਮੌਰਗੇਜ ਇੰਸ਼ੋਰੈਂਸ ਦੀ ਪੇਮੈਂਟ ਚੈੱਕ ਕਰੋ ਅਤੇ ਇੱਕ ਵਾਰੀ ਸਾਨੂੰ ਕਾਲ ਕਰੋ। ਵੀ ਮਾਈਟ ਬੀ ਏਬਲ ਟੂ ਸੇਵ ਯੂ ਮਨੀ ਟੂਡੇ। ਇਹ ਕਿੰਨਾ ਕੁ ਫਰਕ ਪੈ ਜਾਂਦਾ ਜੀ ਪੈਸਿਆਂ ਦਾ ਜੇ ਬਾਹਰੋਂ ਕਰਵਾ ਲਈਏ ਇੰਸ਼ੋਰੈਂਸ? ਸੋ ਐਜ਼ ਆਈ ਸੈਡ, ਸੋ
ਇੰਸ਼ੋਰੈਂਸ ਤੁਸੀਂ ਕਿਉਂਕਿ ਬੈਂਕ ਦਾ ਮੇਨ ਪ੍ਰੋਡਕਟ ਨਹੀਂ ਹੈਗਾ ਰਾਈਟ, ਉਹਨਾਂ ਨੇ ਤਾਂ ਆਪਣਾ ਰਿਸਕ ਕਵਰ ਕਰਨਾ, ਦੈਨ ਅਗੇਨ ਉਹਨਾਂ ਨੇ ਜਿਹੜੀ ਅੰਡਰ ਰਾਈਟਿੰਗ ਹੈ ਪੋਸਟ ਕਲੇਮ ਕਵਰ ਕਰਦੇ ਆ, ਸੋ ਉਹ ਸਾਰਾ ਡਾਕਟਰ ਤੋਂ ਰਿਪੋਰਟ ਲੈਂਦੇ ਆ। ਅਸੀਂ ਇਹ ਸਾਰਾ ਕੁਝ ਪਹਿਲਾਂ ਹੀ ਕਰ ਲੈਂਦੇ, ਜੋ ਤੁਹਾਡੀ ਐਪਲੀਕੇਸ਼ਨ ਹੁੰਦੀ ਆ ਅਸੀਂ ਸਾਰੀ ਤੁਹਾਡਾ ਚੈੱਕਅਪ ਕਰਾਉਂਦੇ ਆ, ਸਾਰਾ ਕੁਐਸਚਨੇਅਰ ਕਰਦੇ ਆ, ਨੈਸੈਸਰੀ ਹੋਵੇ ਤੁਹਾਡਾ ਬਲੱਡ ਟੈਸਟ ਵਗੈਰਾ ਵੀ ਕਰਾਉਂਦੇ ਆ, ਹੈ ਨਾ। ਸੋ ਉਹਦੇ ਨਾਲ ਇਹ ਹੁੰਦਾ ਵੀ ਤੁਸੀਂ ਜਿੱਥੇ ਪੇ ਕੀਤਾ ਆ, ਸੋ ਜਦੋਂ ਤੁਹਾਡਾ ਕੋਈ ਕਲੇਮ ਆਵੇ ਸੋ ਤੁਹਾਡੇ ਲਵਡ ਵਨ ਨੂੰ ਹੈਸਲ ਫਰੀ ਮਨੀ ਮਿਲ ਜਾਵੇ, ਕੁਇੱਕ ਮਨੀ ਮਿਲ ਜਾਵੇ। ਸੋ ਇਹ ਇਮੀਡੀਏਟ ਮਨੀ ਦਾ ਐਕਸੈਸ ਹੁੰਦਾ ਆ, ਸੋ ਤੁਹਾਨੂੰ ਇਮੀਡੀਏਟ ਟੈਕਸ ਫਰੀ ਮਨੀ ਆਫਟਰ ਦਾ ਡੈਥ ਅਵੇਲੇਬਲ ਹੁੰਦੀ ਹੈਗੀ ਆ। ਸੋ ਇਟ ਇਜ਼ ਵੈਰੀ ਈਜ਼ੀ। ਸੋ all you need is, if you are healthy, it's very easy, but if you diagnose with one small like high blood pressure or diabetic, so ਇਹ ਉਨੀ expensive ਜਾਂ without maybe denial ਵੀ ਹੋ ਸਕਦੀ ਆ। ਸੋ ਆਪਣੇ ਆਪ ਨੂੰ ਤੁਸੀਂ ਅਸ਼ੋਰ ਕਰੋ ਵੀ ਤੁਸੀਂ ਪ੍ਰੋਟੈਕਟਡ ਹੈਗੇ ਆ। ਇੱਦਾਂ ਦੀ ਜਿਹੜੀ ਕੈਨੇਡਾ ਵਰਗੀ ਲੋਕੇਸ਼ਨ 'ਤੇ ਤੁਸੀਂ ਦੇਖਦੇ ਆ ਵੀ ਤੁਹਾਨੂੰ ਮੋਰਗੇਜ ਅਤੇ ਕੋਈ ਵੀ ਜਿਹੜੀ ਲਾਈਫ ਇੰਸ਼ੋਰੈਂਸ ਹੈ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਨੇ ਸੇਵਾਵਾਂ ਲੈਣੀਆਂ ਹੋਣ ਜਾਂ ਸੰਪਰਕ ਕਰਨਾ ਹੋਵੇ ਤੁਹਾਡੇ ਨਾਲ, ਕਿਸ ਤਰ੍ਹਾਂ ਸੰਪਰਕ ਕਰ ਸਕਦਾ? ਜੇਕਰ AMC ਤੇ ਆਉਂਦਾ ਤਾਂ ਉਹਨੂੰ ਕੀ ਬੈਨੀਫਿਟ ਜਿਹੜੇ ਉਹ ਕਿਸ ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ? ਜੀ ਸੋ ਫਸਟ ਆਫ ਆਲ ਅਸੀਂ ਸੈਂਟਰਲ ਸਰੀ ਦੇ ਵਿੱਚ ਲੋਕੇਟਡ ਹੈਗੇ ਆ, ਸੋ ਯੂ ਵਿਲ ਨਾਟ ਮਿਸ ਇਟ। ਔਨਲਾਈਨ ਤੁਸੀਂ ਸਾਨੂੰ ਸਰਚ ਕਰ ਸਕਦੇ ਆ, ਤੁਸੀਂ ਸਾਨੂੰ ਫੋਨ ਕਰ ਸਕਦੇ ਆ। ਸਾਡੀਆਂ ਸਾਰੀਆਂ 9 ਲੋਕੇਸ਼ਨ ਤੁਹਾਡੀਆਂ ਸੇਵਾਵਾਂ ਨਿਭਾ ਰਹੀ ਆ, ਉਹਨਾਂ ਵਿੱਚੋਂ ਅਸੀਂ ਇਸ ਵੇਲੇ ਹੈੱਡ ਆਫਿਸ ਦੇ ਵਿੱਚ ਖੜ੍ਹੇ ਹੈਗੇ ਆ। ਤੁਸੀਂ ਸਾਨੂੰ ਕਾਲ ਕਰੋ, 7 ਦਿਨ ਅਸੀਂ ਓਪਨ ਹੈਗੇ ਆ ਤੁਹਾਡੀ ਸੇਵਾਵਾਂ ਲਈ। ਸੋ 9 to 9 ਸਾਡਾ ਆਫਿਸ ਓਪਨ ਹੈ, ਸਾਨੂੰ ਫੋਨ ਕਰੋ 6045076666। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ ਮੀ। ਸੋ ਵਾਕਈ ਜਿਸ ਤਰ੍ਹਾਂ ਅਸੀਂ ਮੌਰਗੇਜ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਹੈ, ਤੇ ਇਹ ਬੜਾ ਇੰਪੋਰਟੈਂਟ ਹੈ ਕਿ ਜੇਕਰ ਕੋਈ ਉਸ ਤਰ੍ਹਾਂ ਦਾ ਹੈਪਨ ਹੋ ਜਾਂਦਾ, ਡੈਥ ਹੋ ਜਾਂਦੀ ਹੈ, ਤਾਂ ਉਹਦੇ ਬਾਅਦ ਤੁਹਾਡੇ ਪਿੱਛੇ ਤੁਹਾਡੇ ਬੱਚੇ ਜਾਂ ਸਾਰੇ ਬੇਫਿਕਰ ਰਹਿਣ ਲਾਇਬਿਲਿਟੀਜ਼ ਨੂੰ ਲੈ ਕੇ। ਉਹਦੇ ਲਈ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।